Good morning, students. I hope you all are well and good. I'm your Punjabi teacher, and today we are going to start our 8th chapter ਨਹਿਲੇ ਤੇ ਦਹਿਲਾ। ਇਸ ਵਿੱਚ ਪਾਠ ਵਿੱਚ ਤੁਸੀਂ ਕੀ ਜਾਣੋਗੇ ਬੱਚੇ ਕਿ ਛਲ ਕਪਟ ਜਾਂ ਜਿਹੜਾ ਧੋਖਾ ਹੈ ਉਹ ਬਹੁਤ ਸਮਾਂ ਨਹੀਂ ਕੀਤਾ ਜਾ ਸਕਦਾ। ਤੇ ਇਹ ਵੀ ਸਿੱਖੋਗੇ ਕਿ ਕਿਸੇ ਦੀ ਜਿਹੜੀ ਮਾਸੂਮੀਅਤ ਹੈ, ਭੋਲਾਪਣ ਹੈ, ਉਹਦਾ ਅਸੀਂ ਜ਼ਿਆਦਾ ਦੇਰ ਤੱਕ ਨਜਾਇਜ਼ ਜਿਹੜਾ ਲਾਭ ਹੈ ਉਹ ਨਹੀਂ ਉਠਾ ਸਕਦੇ ਤੇ ਨਾ ਹੀ ਕਦੇ ਸਾਨੂੰ ਉਠਾਉਣਾ ਚਾਹੀਦਾ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਸਾਡਾ ਪਾਠ ਕਿ ਕੀ ਹੈ ਇਸ ਵਿੱਚ। ਪਾਠ ਵਿੱਚ ਜਿਹੜੀ ਕਹਾਣੀ ਹੈ ਉਹ ਕੀ ਹੈ ਕਿ ਪਿੰਡ ਵਿੱਚ ਜਿਹੜਾ ਦੀਨੂ ਤੇ ਇੱਕ ਗੋਪਾਲ ਸੀ, ਉਹ ਦੋ ਭਰਾ ਸੀਗੇ। ਉਹ ਦੋਵੇਂ ਇਕੱਠੇ ਰਹਿੰਦੇ ਸਨ ਤੇ ਦੀਨੂ ਚਤੁਰ ਸੀ ਜਦ ਕਿ ਗੋਪਾਲ ਸਿੱਧਾ ਸਾਦਾ ਸੀ। ਚਤੁਰ ਜਿਹੜਾ ਹੁੰਦਾ ਬੱਚੇ ਬਹੁਤ ਚਲਾਕ ਹੈ। ਚਤੁਰ ਦਾ ਮੀਨਸ ਚਲਾਕ। ਦੀਨੂ ਗੋਪਾਲ ਦੇ ਸਿੱਧੇ ਸਾਦੇਪਣ ਦਾ ਅਕਸਰ ਲਾਭ ਉਠਾਉਂਦਾ ਰਹਿੰਦਾ ਸੀ। ਗੋਪਾਲ ਵਿਚਾਰਾ ਸ਼ਾਂਤ ਹੋ ਕੇ ਸਭ ਕੁਝ ਜਰਦਾ ਰਹਿੰਦਾ ਸੀ। ਦੋਵਾਂ ਦੀਆਂ ਜਿਹੜੀ ਮਾਤਾ ਹੈ ਉਹ ਪਹਿਲਾਂ ਹੀ ਮਰ ਚੁੱਕੀ ਸੀ। ਇੱਕ ਦਿਨ ਪਿਤਾ ਵੀ ਚੱਲ ਵਸਿਆ। ਪਿਤਾ ਦੇ ਮਰਨ ਤੋਂ ਬਾਅਦ ਗੋਪਾਲ ਬਹੁਤ ਰੋਇਆ, ਪਰੰਤੂ ਪਿਤਾ ਦੇ ਮਰਨ ਤੋਂ ਬਾਅਦ ਦੀਨੂ ਜਿਹੜਾ ਸੀਗਾ ਉਹ ਹੋਰ ਆਜ਼ਾਦ ਹੋ ਗਿਆ, ਭਾਵ ਕਿ ਉਹ ਆਪਣੀ ਮਨਮਰਜ਼ੀ ਕਰਨ ਲੱਗ ਪਿਆ। ਉਹ ਗੋਪਾਲ ਦਾ ਹੋਰ ਸ਼ੋਸ਼ਣ ਕਰਨ ਲੱਗ ਪਿਆ, ਭਾਵ ਕਿ ਗੋਪਾਲ ਦਾ ਨਜਾਇਜ਼ ਲਾਭ ਲੈਣ ਲੱਗ ਪਿਆ। ਇੱਕ ਦਿਨ ਦੀਨੂ ਬੋਲਿਆ, ਗੋਪਾਲ ਪਿਤਾ ਜੀ ਦੀ ਮੌਤ ਹੋ ਗਈ ਹੈ, ਮੈਂ ਚਾਹੁੰਦਾ ਹਾਂ ਆਪਣੇ ਕੋਲ ਜੋ ਵੀ ਕੁਝ ਹੈ ਉਸ ਦੀ ਵੰਡ ਕਰ ਲਈਏ। ਪਰ ਦੀਨੂ ਆਪਣੇ ਕੋਲ ਵੰਡਣ ਲਈ ਹੈ ਹੀ ਕੀ? ਝੁੱਗੇ 'ਚੋਂ ਇੱਕ ਮੱਝ ਅਤੇ ਇੱਕ ਕੰਬਲ ਹੀ ਹੈ, ਇਸ ਨੂੰ ਵੰਡ ਕੇ ਆਪਾਂ ਕੀ ਕਰਾਂਗੇ? ਗੋਪਾਲ ਬੋਲਿਆ, ਗੋਪਾਲ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਵੰਡ ਹੀ ਲਿਆ ਜਾਵੇ। ਕੱਲ੍ਹ ਨੂੰ ਤੇਰਾ ਤੇ ਮੇਰਾ ਵਿਆਹ ਹੋਵੇਗਾ। ਘਰ ਵਿੱਚ ਝਗੜਾ ਜਿਹੜਾ ਹੈਗਾ ਜਨਾਨੀਆਂ ਦੇ ਆ ਜਾਣ ਨਾਲ ਉਹ ਵੱਧ ਸਕਦਾ ਹੈ। ਇਸ ਲਈ ਮੇਰੀ ਮੰਨ ਤੇ ਆਪਾਂ ਮੱਝ ਤੇ ਕੰਬਲ ਨੂੰ ਵੰਡ ਲਈਏ। ਦੀਨੂ ਸਮਝਾਉਂਦਿਆਂ ਬੋਲਿਆ, ਭਰਾ ਜਿਵੇਂ ਤੇਰੀ ਮਰਜ਼ੀ। ਇੱਦਾਂ ਕਰਦੇ ਹਾਂ, ਮੱਝ ਦਾ ਅਗਲਾ ਹਿੱਸਾ ਤੂੰ ਲੈ ਲੈ ਅਤੇ ਪਿਛਲਾ ਹਿੱਸਾ ਮੈਂ ਲੈ ਲੈਂਦਾ ਹਾਂ। ਇਸੇ ਤਰ੍ਹਾਂ ਕੰਬਲ ਰਾਤ ਨੂੰ ਮੈਂ ਲੈ ਲਿਆ ਕਰਾਂਗਾ ਅਤੇ ਦਿਨੇ ਤੂੰ ਲੈ ਲਿਆ ਕਰੀਂ। ਕੀ ਇਹ ਵੰਡ ਤੈਨੂੰ ਮਨਜ਼ੂਰ ਹੈ? ਦੀਨੂ ਵੰਡ ਕਰਦਾ ਬੋਲਿਆ। ਗੋਪਾਲ ਵਿਚਾਰਾ ਸਿੱਧਾ ਸਾਦਾ ਸੀ। ਉਹ ਦੀਨੂ ਦੀਆਂ ਚਾਲਾਂ ਨੂੰ ਸਮਝ ਨਹੀਂ ਸਕਿਆ ਅਤੇ ਉਸਨੇ ਝੱਟ ਕਹਿ ਦਿੱਤਾ ਕਿ ਵੀਰ ਦੀਨੂ, ਜਿਵੇਂ ਤੇਰੀ ਮਰਜ਼ੀ। ਹੁਣ ਸਵੇਰ ਹੁੰਦੇ ਹੀ ਗੋਪਾਲ ਮੱਝ ਦੇ ਪਾਣੀ ਜਿਹੜਾ ਚਾਰਾ ਪਾਣੀ ਕਰਦਾ ਸੀ ਮੱਝ ਦਾ, ਉਹਦੇ ਵਿੱਚ ਟੁੱਟ ਜਾਂਦਾ, ਕਿਉਂਕਿ ਅਗਲਾ ਹਿੱਸਾ ਉਸਦਾ ਸੀ। ਥੋੜ੍ਹੀ ਦੇਰ ਬਾਅਦ ਦੀਨੂ ਆਉਂਦਾ ਅਤੇ ਮੱਝ ਦਾ ਦੁੱਧ ਚੋ ਕੇ ਲੈ ਜਾਂਦਾ ਸੀ, ਕਿਉਂਕਿ ਪਿਛਲਾ ਹਿੱਸਾ ਉਸਦਾ ਸੀ। ਵਿਚਾਰਾ ਗੋਪਾਲ ਸਾਰਾ ਦਿਨ ਮੱਝ ਨੂੰ ਖੇਤਾਂ ਵਿੱਚ ਚਾਰਦਾ ਰਹਿੰਦਾ। ਉਹ ਕੰਬਲ ਵੀ ਆਪਣੇ ਨਾਲ ਲੈ ਕੇ ਚੱਲਦਾ, ਕਿਉਂਕਿ ਦਿਨ ਵਿੱਚ ਕੰਬਲ ਉਸਦੇ ਹਿੱਸੇ ਆਇਆ ਸੀ। ਤਪਦੀ ਧੁੱਪ ਵਿੱਚ ਜਦੋਂ ਲੋਕ ਉਸਨੂੰ ਕੰਬਲ ਲਈ ਦੇਖਦੇ ਤਾਂ ਉਸਦਾ ਮਖੌਲ ਉਠਾਉਂਦੇ। ਤਪਦੀ ਧੁੱਪ ਹੁੰਦਾ ਬੱਚੇ ਬਹੁਤ ਸੇਕ ਵਾਲੀ ਧੁੱਪ, ਜਿਹਨੂੰ ਆਪਾਂ ਕਹਿੰਦੇ ਹਾਂ। ਗੋਪਾਲ ਮਨ ਹੀ ਮਨ ਵਿੱਚ ਬਹੁਤ ਉਦਾਸ ਰਹਿੰਦਾ ਸੀ, ਪਰ ਆਪਣੇ ਦਿਲ ਦੀ ਜਿਹੜੀ ਗੱਲ ਸੀ ਉਹ ਕਿਸੇ ਨੂੰ ਨਹੀਂ ਦੱਸਦਾ ਸੀ। ਆਖਰ ਵੰਡ ਵੇਲੇ ਉਸਨੇ ਆਪਣੀ ਮਨਜ਼ੂਰੀ ਜੋ ਦੇ ਦਿੱਤੀ ਸੀ, ਭਾਵ ਕਿ ਉਹਨੇ ਦੀਨੂ ਨੂੰ ਪ੍ਰਵਾਨਗੀ ਦੇ ਦਿੱਤੀ ਸੀ, ਉਹਨੇ ਸਭ ਕੁਝ ਮਨਜ਼ੂਰ ਕਰ ਲਿਆ ਸੀ। ਵਿਚਾਰਾ ਦਿਨ ਬ ਦਿਨ ਕਮਜ਼ੋਰ ਹੁੰਦਾ ਗਿਆ। ਇੱਕ ਦਿਨ ਉਸਦੀ ਮੁਲਾਕਾਤ ਪਿੰਡ ਦੇ ਇੱਕ ਸਿਆਣੇ ਬੰਦੇ ਨਾਲ ਹੋਈ, ਭਾਵ ਬਜ਼ੁਰਗ ਬੰਦੇ ਨਾਲ ਹੋਈ, ਅਤੇ ਗੋਪਾਲ ਨੇ ਉਸ ਬਜ਼ੁਰਗ ਨੂੰ ਆਪਣੀ ਦੁਰਦਸ਼ਾ ਦੀ ਸਾਰੀ ਕਹਾਣੀ ਸੁਣਾ ਦਿੱਤੀ, ਭਾਵ ਕਿ ਆਪਣੀ ਮਾੜੀ ਹਾਲਤ ਦੀ ਕਹਾਣੀ ਸੁਣਾ ਦਿੱਤੀ। ਬਜ਼ੁਰਗ ਨੇ ਗੋਪਾਲ ਨੂੰ ਇੱਕ ਜੁਗਤੀ ਸਮਝਾਈ। ਉਸਨੇ ਕਿਹਾ ਕਿ ਜਦੋਂ ਤੇਰਾ ਭਰਾ ਮੱਝ ਦਾ ਦੁੱਧ ਚੋਣ ਲੱਗੇ ਤਾਂ ਤੂੰ ਮੱਝ ਦੀ ਗਰਦਨ 'ਤੇ ਲਾਠੀ ਮਾਰ ਦੇਈਂ, ਭਾਵ ਕਿ ਸੋਟੀ ਮਾਰ ਦੇਈਂ, ਅਤੇ ਇਸੇ ਤਰ੍ਹਾਂ ਰਾਤ ਨੂੰ ਜਦੋਂ ਉਹ ਕੰਬਲ ਮੰਗੇ ਤਾਂ ਉਸਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਭਿਉਂ ਦੇਈਂ। ਗੋਪਾਲ ਨੂੰ ਬਜ਼ੁਰਗ ਦੀ ਗੱਲ ਸਮਝ ਆ ਗਈ। ਉਸਨੇ ਦੀਨੂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਮੀਨਜ਼ ਪੱਕਾ ਇਰਾਦਾ ਬਣਾ ਲਿਆ ਕਿ ਉਹ ਦੀਨੂ ਨੂੰ ਸਬਕ ਸਿਖਾਏਗਾ। ਉਸੇ ਦਿਨ ਗੋਪਾਲ ਮੱਝ ਚਾਰ ਕੇ ਘਰ ਆਇਆ। ਥੋੜ੍ਹੀ ਦੇਰ ਪਿੱਛੋਂ ਦੀਨੂ ਬਾਲਟੀ ਲੈ ਕੇ ਦੁੱਧ ਚੋਣ ਲਈ ਆ ਪੁੱਜਾ। ਗੋਪਾਲ ਨੂੰ ਬਜ਼ੁਰਗ ਦੀਆਂ ਗੱਲਾਂ ਯਾਦ ਸਨ। ਅਜੇ ਦੀਨੂ ਥੋੜ੍ਹਾ ਹੀ ਦੁੱਧ ਚੋ ਸਕਿਆ ਸੀ ਕਿ ਗੋਪਾਲ ਨੇ ਮੱਝ ਦੀ ਗਰਦਨ 'ਤੇ ਜ਼ੋਰ ਨਾਲ ਲਾਠੀ ਮਾਰੀ। ਮੱਝ ਟੱਪ ਕੇ ਇੱਧਰ ਉੱਧਰ ਭੱਜਣ ਲੱਗੀ। ਦੀਨੂ ਲਾਲ ਪੀਲਾ ਹੁੰਦਾ ਬੋਲਿਆ। ਲਾਲ ਪੀਲਾ ਹੁੰਦਾ ਵੀ ਬਹੁਤ ਮੀਨਜ਼ ਗੁੱਸੇ ਵਿੱਚ ਆ ਜਾਣਾ, ਅਤੇ ਉਹ ਬੋਲਿਆ ਕਿ ਓਏ ਗੋਪਾਲ, ਇਹ ਕੀ ਕਰ ਰਿਹਾ ਹੈ? ਦੇਖਦਾ ਨਹੀਂ ਕਿ ਮੈਂ ਦੁੱਧ ਚੋ ਰਿਹਾ ਹਾਂ? ਜੇਕਰ ਤੂੰ ਮੱਝ ਨੂੰ ਮਾਰੇਂਗਾ ਤਾਂ ਮੈਂ ਦੁੱਧ ਕਿਵੇਂ ਚੋਵਾਂਗਾ? ਗੋਪਾਲ ਬੋਲਿਆ, ਵੀਰਾ ਗੁੱਸੇ ਨਾ ਹੋ, ਮੱਝ ਦਾ ਅਗਲਾ ਹਿੱਸਾ ਮੇਰਾ ਹੈ। ਮੈਂ ਇਸ ਹਿੱਸੇ ਵਿੱਚ ਜੋ ਮਰਜ਼ੀ ਕਰਾਂ, ਤੁਸੀਂ ਮੈਨੂੰ ਕੁਝ ਨਹੀਂ ਆਖ ਸਕਦੇ। ਪਰ ਮੇਰੇ ਭਰਾ, ਮੈਂ ਦੁੱਧ ਕਿਵੇਂ ਚੋਵਾਂ? ਦੀਨੂ ਠਰੰਮੇ ਨਾਲ
ਬੋਲਿਆ, ਭਾਵ ਤਸੱਲੀ ਦਿੰਦੇ ਹੋਏ ਉਹਨੂੰ ਹੌਲੀ ਜਿਹੇ ਬੋਲਿਆ, ਮੈਨੂੰ ਨਹੀਂ ਇਹ ਪਤਾ, ਮੈਂ ਤੁਹਾਨੂੰ ਦੁੱਧ ਚੋਣ ਤੋਂ ਮਨਾ ਨਹੀਂ ਕਰ ਰਿਹਾ। ਗੋਪਾਲ ਨੇ ਉੱਤਰ ਦਿੱਤਾ। ਦੀਨੂ ਸਮਝ ਗਿਆ ਕਿ ਹੁਣ ਛਲ ਕਪਟ ਨਾਲ ਕੰਮ ਚੱਲਣ ਵਾਲਾ ਨਹੀਂ ਹੈ, ਭਾਵ ਕਿ ਧੋਖਾਧੜੀ ਨਹੀਂ ਚੱਲਣ ਵਾਲੀ। ਉਸਨੇ ਕਿਹਾ, ਚੰਗਾ ਭਰਾ, ਅੱਜ ਤੋਂ ਅੱਧਾ ਅੱਧਾ ਦੁੱਧ ਵੰਡ ਲਵਾਂਗੇ। ਕੱਲ੍ਹ ਤੋਂ ਮੈਂ ਵੀ ਮੱਝ ਨੂੰ ਚਾਰਾ ਪਾਣੀ ਦੇਵਾਂਗਾ ਤੇ ਚਾਰਨ ਲਈ ਜਾਇਆ ਕਰਾਂਗਾ। ਹੁਣ ਤਾਂ ਤੂੰ ਖੁਸ਼ ਹੈ ਨਾ? ਉਸੇ ਹੀ ਰਾਤ ਦੀਨੂ ਨੇ ਅੱਧਾ ਜਿਹੜਾ ਦੁੱਧ ਸੀਗਾ ਗੋਪਾਲ ਨੂੰ ਦੇ ਦਿੱਤਾ। ਰਾਤ ਨੂੰ ਸੌਣ ਤੋਂ ਪਹਿਲਾਂ ਦੀਨੂ ਗੋਪਾਲ ਦੇ ਕੋਲ ਗਿਆ ਤੇ ਬੋਲਿਆ, ਗੋਪਾਲ ਲਿਆ ਮੈਨੂੰ ਕੰਬਲ ਦੇ। ਗੋਪਾਲ ਨੇ ਪਹਿਲਾਂ ਹੀ ਕੰਬਲ ਪਾਣੀ ਵਿੱਚ ਚੰਗੀ ਤਰ੍ਹਾਂ ਭਿਓ ਕੇ ਰੱਖਿਆ ਸੀ। ਉਸਨੇ ਕਿਹਾ ਕਿ ਵੀਰਾ, ਇਹ ਕੰਬਲ ਮੈਥੋਂ ਚੁੱਕਿਆ ਨਹੀਂ ਜਾਂਦਾ, ਤੂੰ ਆਪ ਹੀ ਆ ਕੇ ਚੁੱਕ ਲੈ। ਕੰਬਲ ਚੁੱਕਦੇ ਹੀ ਦੀਨੂ ਦੰਗ ਰਹਿ ਗਿਆ, ਭਾਵ ਕਿ ਹੈਰਾਨ ਰਹਿ ਗਿਆ। ਉਹ ਬੋਲਿਆ, ਗੋਪਾਲ ਤੈਨੂੰ ਕੀ ਹੋਇਆ? ਇਹ ਕੰਬਲ ਤਾਂ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਾ ਹੈ, ਇਸ ਨੂੰ ਆਪਣੇ ਉੱਪਰ ਮੈਂ ਕਿਵੇਂ ਲਵਾਂਗਾ? ਅੱਜ ਦੀ ਰਾਤ ਮੈਂ ਠੰਡ ਨਾਲ ਮਰ ਜਾਵਾਂ। ਗੋਪਾਲ ਠਰਮੇ ਤੇ ਧੀਰਜ ਨਾਲ ਬੋਲਿਆ, ਭਾਵ ਕਿ ਇਹਨਾਂ ਰਾਤਾਂ ਮੈਂ ਵੀ ਬਿਨਾਂ ਕੰਬਲ ਦੇ ਉੱਪਰ ਕੱਟੀਆਂ ਹਨ। ਭਾਵ ਕਿ ਉਹ ਕਹਿੰਦਾ ਕਿ ਮੈਂ ਵੀ ਠੰਡ ਵਿੱਚ ਰਾਤਾਂ ਕੱਟੀਆਂ ਹਨ। ਤੁਸੀਂ ਜ਼ਰਾ ਸੋਚੋ ਕਿ ਮੇਰੇ ਨਾਲ ਕੀ ਬੀਤੀ ਹੋਵੇਗੀ। ਉਂਝ ਵੀ ਦਿਨ ਵਿੱਚ ਕੰਬਲ ਮੇਰਾ ਸੀ, ਇਸ ਲਈ ਮੈਂ ਇਸ ਨੂੰ ਭਿਉਂ ਦਿੱਤਾ। ਇਹ ਤੁਹਾਨੂੰ ਪੁੱਛਣ ਦਾ ਅਧਿਕਾਰ ਨਹੀਂ ਹੈ ਕਿ ਇਹ ਗਿੱਲਾ ਕਿਉਂ ਹੈ, ਭਾਵ ਕਿ ਗਿੱਲਾ ਕਿਉਂ ਹੈ। ਦੀਨੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਕਿਉਂਕਿ ਗੋਪਾਲ ਨੇ ਨਹਿਲੇ 'ਤੇ ਦਹਿਲਾ ਮਾਰ ਦਿੱਤਾ। ਉਸਨੇ ਗੋਪਾਲ ਦੇ ਪੈਰ ਫੜ ਲਏ ਤੇ ਉਸ ਤੋਂ ਮਾਫ਼ੀ ਮੰਗ ਲਈ। ਗੋਪਾਲ ਨੇ ਦੀਨੂ ਨੂੰ ਖਿਮਾ ਕਰ ਦਿੱਤਾ। ਹੁਣ ਉਹ ਦੋਵੇਂ ਭਰਾ ਖੁਸ਼ੀ ਰਹਿਣ ਲੱਗੇ। ਸੋ ਪਿਆਰੇ ਬੱਚਿਓ, ਕਦੇ ਨਹਿਲੇ 'ਤੇ ਦਹਿਲਾ ਵੀ ਵੱਜ ਸਕਦਾ ਹੈ, ਇਸ ਲਈ ਕਿਸੇ ਨਾਲ ਸਾਨੂੰ ਛਲ ਕਪਟ ਨਹੀਂ ਕਰਨਾ ਚਾਹੀਦਾ। ਛਲ ਕਪਟ ਕਰਨ ਵਾਲੇ ਜ਼ਿਆਦਾ ਦੇਰ ਤੱਕ ਕਾਮਯਾਬ ਨਹੀਂ ਹੋ ਸਕਦੇ। ਇੱਕ ਨਾ ਇੱਕ ਦਿਨ ਉਹਨਾਂ ਦਾ ਜਿਹੜਾ ਰਾਜ ਹੈ ਉਹ ਖੁੱਲ੍ਹ ਹੀ ਜਾਂਦਾ ਹੈ। ਸੋ ਸਾਨੂੰ ਇਹ ਤੋਂ ਸਿੱਖਿਆ ਮਿਲਦੀ ਹੈ ਕਿ ਕਿਸੇ ਦੀ ਮਾਸੂਮੀਅਤ ਤੇ ਭੋਲੇਪਾਣੇ ਦਾ ਨਜਾਇਜ਼ ਲਾਭ ਜਿਹੜਾ ਸਾਨੂੰ ਨਹੀਂ ਉਠਾਉਣਾ ਚਾਹੀਦਾ, ਕਿਉਂਕਿ ਛਲ ਕਪਟ ਜਾਂ ਧੋਖਾ ਬਹੁਤ ਸਮਾਂ ਜਿਹੜਾ ਨਹੀਂ ਚੱਲ ਸਕਦਾ। ਸੋ ਬੱਚੇ, ਇਸ ਪਾਠ ਨੂੰ ਤੁਸੀਂ 2 ਵਾਰੀ ਪੜ੍ਹਨਾ ਹੈ, ਕਿਉਂਕਿ ਇਸ ਪਾਠ ਨੂੰ ਪੜ੍ਹੇ ਬਿਨਾਂ ਤੁਹਾਨੂੰ ਇਸ ਦੇ ਕੁਐਸਚਨ ਆਨਸਰਾਂ ਬਾਰੇ ਨਹੀਂ ਪਤਾ ਲੱਗੇਗਾ। ਇਸ ਦੀ ਬੈਕ ਐਕਸਰਸਾਈਜ਼ ਨੂੰ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੇਕਰ ਤੁਸੀਂ ਇਹ ਪਾਠ ਪੜ੍ਹਿਆ ਹੋਵੇਗਾ ਤਾਂ ਹੀ ਤੁਸੀਂ ਬੈਕ ਐਕਸਰਸਾਈਜ਼ ਸੋਲਵ ਕਰ ਸਕਦੇ ਹੋ। ਸੋ ਪਲੀਜ਼ ਇਸ ਪਾਠ ਨੂੰ 2 ਵਾਰੀ ਪੜ੍ਹਨਾ ਹੈ। ਆਪਾਂ ਹੁਣ ਅਗਲੀ ਕਲਾਸ ਵਿੱਚ ਮਿਲਾਂਗੇ ਬੱਚੇ। ਥੈਂਕ ਯੂ ਸੋ ਮਚ ਐਂਡ ਹੈਵ ਅ ਨਾਈਸ ਡੇ।